साहब पहला भी नवजोत ਸਿੰਘ ਸਿੱਧੂ ਹੋਰਾਂ ਦੇ ਮੁੱਦੇ ਤੇ ਗੱਲ ਹੋਈ, ਆਖਿਰ ਕਮੀ ਕਿੱਥੇ ਹੈ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਵਿਰੋਧੀ ਧਿਰਾਂ ਨਾਲੋਂ ਜ਼ਿਆਦਾ ਸਵਾਲ ਚੁੱਕਦੇ ਆਪਦੀ ਸਰਕਾਰ ਦੀ ਕਾਰਗੁਜ਼ਾਰੀ 100 ਮਸਲਿਆਂ ਤੇ ਗੱਲ ਕਰ ਲਓ, ਲੋਕਾਂ ਦੇ ਮਸਲਿਆਂ ਤੇ ਗੱਲ ਕਰ ਲਓ। ਮਜੀਠੀਆ ਦੇ ਮਸਲੇ ਤੇ ਆਪਾਂ ਦੇਖ ਲਈਏ, ਉਹ ਕਹਿੰਦੇ ਨੇ ਕਿ ਪਰਚਾ ਦੇ ਕੇ ਪਰਚਾ ਦੇਣਾ ਕਹਿੰਦੇ ਕੁਝ ਨਹੀਂ ਹੁੰਦਾ, ਕਿ ਇੰਸਪੈਕਟਰ ਵੀ ਕਿਸੇ ਪਰਚੇ 'ਚ ਬੰਦੇ ਨੂੰ ਅੰਦਰ ਕਰ ਦਿੰਦਾ, ਉਹ ਆਂਦੇ ਮੇਰੇ ਕੋਲੇ ਪਾਵਰ ਹੋਵੇ ਤਾਂ ਮੈਂ ਇਹ ਕਰ ਦਿਆਂ। ਆਖਿਰ ਕਮੀ ਕਿੱਥੇ ਹੈ ਕਿ 3 ਮਹੀਨਿਆਂ ਦੇ ਵਿੱਚ ਸ਼ੁਰੂ ਤੋਂ ਲੈ ਕੇ ਨਹੀਂ, ਮੇਰੀ ਗੱਲ ਸੁਣੋ, ਦੇਖੋ ਮੈਂ ਇੱਕ ਗੱਲ ਕਰਨਾ ਚਾਹੁੰਦਾ ਹਾਂ ਕਿ ਕਿਸੇ ਕ੍ਰਿਮੀਨਲ ਨੂੰ ਫੜਨ ਦਾ ਤਰੀਕਾ ਕਿਆ ਹੈ। ਕਿਸੇ ਕ੍ਰਿਮੀਨਲ ਨੂੰ ਜੇ ਕਿਸੇ ਨੇ ਕੋਈ ਕ੍ਰਾਈਮ ਕਰਿਆ, ਉਹਨੂੰ ਤੁਸੀਂ ਸਭ ਤੋਂ ਪਹਿਲਾਂ ਤਾਂ ਪਰਚਾ ਹੀ ਦਿਓਗੇ ਨਾ, ਜਿਹੜੀ ਉਹਨੇ ਗਲਤ ਗੱਲ ਕਰੀ ਹੈ। ਔਰ ਅਸੀਂ ਤਾਂ ਪਰਚਾ ਵੀ ਕੋਰਟ ਦੀਆਂ ਹਦਾਇਤਾਂ ਤੇ ਕੀਤਾ ਹੈ। ਕੋਰਟ ਨੇ ਜਿਹੜੀ STF ਹੈ ਉਹਦੇ ਹੈੱਡ ਨੂੰ ਕਿਹਾ ਕਿ ਸਾਨੂੰ ਇਸ ਦੀ ਚੀਜ਼ ਦੀ ਰਿਪੋਰਟ ਦਿਓ, ਇਹਦੀ ਇਨਵੋਲਵਮੈਂਟ ਕਿਹਦੀ ਕਿੰਨੀ ਹੈ। ਉਹਦੇ ਵਿੱਚ ਉਹਦੀ ਇਨਵੋਲਵਮੈਂਟ ਆਈ, ਉਹਨਾਂ ਨੇ ਕੋਰਟ ਵਿੱਚ ਜਮ੍ਹਾਂ ਕਰਾਈ। ਕੋਰਟ ਨੇ ਕਿਹਾ ਤੁਸੀਂ ਇਹਦੇ ਤੇ ਕਾਰਵਾਈ ਕਰੋ। ਹਾਈ ਕੋਰਟ ਦੇ ਆਦੇਸ਼ ਹੈ, ਹਾਈ ਕੋਰਟ ਦੇ ਆਦੇਸ਼ ਪਰ ਅਸੀਂ FIR ਕੀਤੀ ਹੈ। STF ਦੀ ਪੂਰੀ ਰਿਪੋਰਟ FIR ਦੇ ਵਿੱਚ ਦਰਜ ਹੈ। ਰਿਪੋਰਟ ਤੇ ਹੀ ਦਾ ਹੀ ਪਰਚਾ ਬਣਿਆ ਅਤੇ ਉਹ ਪਰਚੇ ਤੇ ਕਾਰਵਾਈ ਹੋ ਰਹੀ ਹੈ। ਇਹ ਕਹਿੰਦੇ ਸੀ ਜਮੇ ਹੀ ਮਤਲਬ ਪਹਿਲਾਂ ਹੀ ਜਦ ਪਤਾ ਲੱਗ ਗਿਆ ਆਮ ਆਦਮੀ ਵਾਲਿਆਂ ਨੂੰ ਕਿ ਜੀ ਇਹ ਤਾਂ ਪਰਚਾ ਹੋਣ ਲੱਗਿਆ ਹੈ, ਉਹਨਾਂ ਨੇ ਕਹਿਤਾ ਬੋਧਾ ਪਰਚਾ ਕਰਨਗੇ। ਜੇ ਬੋਧਾ ਪਰਚਾ ਹੁੰਦਾ ਤਾਂ ਡਿਸਟ੍ਰਿਕਟ ਕੋਰਟ 'ਚ ਰੱਦ ਹੋ ਜਾਣਾ ਸੀ। ਹੋ ਜਾਣਗੇ ਸੈਟੀਸਫਾਈ। ਮੈਂ ਤੁਹਾਨੂੰ ਦੱਸਦਾ, ਇੱਕ ਸ਼ੇਰ ਹੈ ਕਿ ਆਤੇ ਆਤੇ ਆਏਗਾ ਦਿਲ ਕੋ करार, जाते जाते बेकरारी जाएगी। फिक्र ना करो, घर सारे मसले हल कर देने हैं। CM साहब मैं कहता देता, आते आते आएगा दिल को करार, जाते जाते बेकरारी जाएगी। चली जी, हम भी आपकी राहों में खड़े हैं, काइंडली रहोगे। मेरी गल सुनो, मैं हमेशा क्रिटिसिजम ਨੂੰ ਵੈਲਕਮ ਕਰਦਾ ਹਾਂ, ਚਾਹੇ ਉਹ ਕੋਈ ਵੀ ਕਰ ਰਿਹਾ ਹੋਵੇ। ਮੇਰਾ ਭਰਾ ਵੀ ਜੇ ਮੈਨੂੰ ਕਹੇ ਤੂੰ ਇੱਥੇ ਗਲਤ ਹੈ ਤਾਂ ਮੈਂ ਆਪਣੇ ਆਪ ਨੂੰ ਠੀਕ ਕਰ ਲੈਂਦਾ। ਹੋਰ ਦੱਸੋ ਜੀ ਕੋਈ ਗੱਲ। CM साहब हो गया सारा। चलिए जी, हम भी आपकी राहों में खड़े हैं जनाब। नहीं, ਇਹਦਾ ਅਸਲੀ ਸ਼ੇਰ ਕਿਆ ਹੈ ਜਿਹੜਾ ਤੁਹਾਡੇ ਵਾਸਤੇ ਉਹ ਬਣਦਾ। ਤੁਸੀਂ ਮੈਨੂੰ ਇਹ ਕਹਿ ਸਕਦੇ ਹੋ कि हम भी दुआएं करते थे बहार की, हमने भी दुआएं की थी बहार की, जैसे तुसी मेरे वास्ते दुआ करते रहे। हमने भी दुआएं की थी बहार की, है बागवां हमारा भी हक है बहार पर। थोड़ा पूरा हक है जी बहार पर, हुक्म करो। ਹੁਣ ਜੇ ਮੈਂ कहता ਮੈਨੂੰ ਸ਼ਾਇਰੀ ਵੀ ਆਉਂਦੀ ਹੈ ਤਾਂ ਉਧਰ ਦੇ ਰੌਲਾ ਪੈ ਜਾਣਾ, ਦੇਖਿਓ ਕਿਤੇ। ਹਾਲਾਂਕਿ ਮੈਂ ਪ੍ਰੋਮਪਟਲੀ ਜੋ ਮੈਨੂੰ ਸਾਹਮਣੇ ਆ ਰਿਹਾ ਮੈਂ ਕਰ ਰਿਹਾ। ਹਾਂਜੀ, मेरा पहला क्वेश्चन जनाब ये है कि पिछले 2 फॉर्मर चीफ मिनिस्टर सरदार प्रकाश सिंह बादल, कैप्टन अमरिंदर सिंह, उन्होंने एज चीफ मिनिस्टर इन चंडीगढ़ अपनी रिहायश ਲਈ गालिबन 2 कोठियां संभाल रखी सन। काइंडली टैल अस कि ਤੁਸੀਂ ਉਹਨਾਂ ਚੋਂ ਕੋਈ ਇੱਕ ਨੂੰ ਖਾਲੀ ਕਰ ਲਿਆ, ਖਰਚੇ ਘਟਾਉਣ ਲਈ, ਟੌਰ ਘਟਾਉਣ ਲਈ ਆਪਣੀ ਜੋ ਕੋਈ ਵੀ ਹੈ, ਇੱਕ ਕੋਠੀ 'ਚ ਰਹਿੰਦੀ ਹੋ ਜਾਂ ਪਹਿਲੀਆਂ ਦੀ ਤਰ੍ਹਾਂ 2 ਕੋਠੀਆਂ ਦੇ ਵਿੱਚ। ਦੇਖੋ ਮੈਂ ਕਹਿਣਾ ਕਿ कैप्टन अमरिंदर सिंह जी और पुराने जिन्हें CM रहे, इन्हों पास OSD की इन्नी फौज सी कि खर्चे उन्होंने बहुत हो जाते सी। मेरा कोई OSD नहीं है। फिर उन्होंने पोलीटिकल सलाहकार बहुत सी, चहल साहब तो लेके पता नहीं किन्ने गणा देवां तुहानूं। उन्होंने गनमैन, उन्होंने तनख्वाह, उन्होंने दफ्तरी अमले, पता नहीं क्या क्या। फौज OSD की सी, फौज सलाहकारां दी सी। मेरा कोई सलाहकार नहीं। एक मिनट पूरी गल सुन लो। मेरा कोई भी सलाहकार नहीं, तुसी देख लो कागज़ां दे विच, तुसी पत्रकार हो। मेरा कोई OSD नहीं, मेरा कोई PA नहीं,
ਮੈਂ ਆਪੇ ਆਪਣਾ ਪੀਏ, ਮੈਂ ਆਪੇ ਆਪਣਾ OSD ਹੈ, ਮੈਂ ਆਪੇ ਆਪਣਾ ਸਲਾਹਕਾਰ ਹੈ, ਬਾਕੀ ਤੁਹਾਡੇ ਵਰਗੇ ਭਰਾ ਸਲਾਹ ਦੇ ਦਿੰਦੇ ਹੈ। ਤੇ ਮੈਂ ਆਪਣੀ ਕੋਠੀ ਬਦਲੀ ਨਹੀਂ, ਮੈਂ ਉਸੇ ਵਿੱਚ ਰਹਿੰਦਾ ਜਿਹੜੀ 46 ਨੰਬਰ ਮੇਰੇ ਕੋਲ ਪਹਿਲਾਂ ਸੀ, ਮੈਂ ਉਹੀ ਹੈ। ਮੈਂ CM ਵਾਲੀ ਕੋਠੀ ਵਿੱਚ ਵੀ ਨਹੀਂ ਗਿਆ। ਹੋਰ ਹੁਕਮ ਕਰੋ। ਸਰ ਹਾਂਜੀ, ਹੁਣ ਉਹਨਾਂ ਨੂੰ ਪੁੱਛ ਲੈਣ ਦਿਓ। ਹਾਂਜੀ ਹਾਂਜੀ, ਦੂਸਰਾ ਇੱਕ ਮਿੰਟ। ਹਾਂਜੀ, ਦੂਸਰਾ ਪੁੱਛ ਲਓ। ਦੂਸਰਾ ਕੁਐਸਚਨ ਹੈ ਸਰ, ਪਿਛਲੇ ਕਈ ਸਾਲਾਂ ਵਿੱਚ ਪੰਜਾਬ ਦੀ ਪੋਲੀਟਿਕਸ ਵਿੱਚ, ਸਿਆਸਤ ਵਿੱਚ ਬੇਗਮ ਮਰੂਸਾ ਆਲਮ ਨਾਂ ਦੀ ਪਾਕਿਸਤਾਨੀ ਮਹਿਲਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਦੀਵਾਨਾ ਜੀ ਨੂੰ ਲਿਆਇਆ ਕਰੋ ਤੁਸੀਂ। ਸਰ ਮੇਰਾ ਪੁਆਇੰਟ ਇਹ ਹੈ ਕਿ ਉਹ ਹੁਣ ਚਲੇ ਗਏ ਨੇ ਜੀ, ਪੰਜਾਬ ਛੱਡ ਗਏ ਨੇ। ਦੇਖੋ ਦੀਵਾਨਾ ਜੀ, 80 ਨੂੰ ਤੁਸੀਂ ਪਾਰ ਕਰ ਗਏ, 80 ਨੂੰ ਤੁਸੀਂ ਪਾਰ ਕਰ ਗਏ, 80 ਨੂੰ ਕੈਪਟਨ ਸਾਹਿਬ ਪਾਰ ਕਰ ਗਏ। ਮੈਂ ਤੁਹਾਡੇ ਦੋਨਾਂ ਦੀ ਗੱਲ 'ਚ ਨਹੀਂ ਬੋਲਣਾ। ਸੀਐਮ ਸਾਹਿਬ ਦਾ ਮਸਲਾ ਹੈ ਜੀ। ਸੀਐਮ ਸਾਹਿਬ ਮੇਰਾ ਸਵਾਲ ਹੈ ਜੀ, ਉਹ ਆਮ ਲੋਕਾਂ ਨਾਲ ਜੁੜਿਆ ਹੋਇਆ ਹੈ। ਜਿਹੜੇ ਕਿ ਆਮ ਆਦਮੀ ਪਾਰਟੀ ਵਾਲੇ, ਜਿਹੜਾ ਤੁਸੀਂ 3 ਰੁਪਏ ਘੱਟ ਬਿਜਲੀ ਦਾ ਜਿਹੜਾ ਯੂਨਿਟ ਘੱਟ ਕਰਿਆ ਹੈ, ਉਹਨਾਂ ਦਾ ਇਹਦੇ ਵਿੱਚ ਇੱਕ ਉਹਨਾਂ ਨੇ ਨੈਗੇਟਿਵ ਪੁਆਇੰਟ ਜਿਹੜਾ ਹੈਗਾ, ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਦਿੱਤਾ ਹੈ ਕਿ ਜਿਹੜੇ ਲੋਕਾਂ ਨੂੰ ਬਿੱਲ ਦਿੱਤੇ ਜਾ ਰਹੇ ਹੈ ਉਹ 2 ਮਹੀਨੇ ਦਿੱਤੇ ਜਾ ਰਹੇ, ਤੇ ਜਿਹੜੇ ਇੰਡਸਟਰੀਲਿਸਟ ਹੈ ਉਹਨਾਂ ਨੂੰ 1 ਮਹੀਨੇ ਦਾ। ਤਾਂ ਜਿਹੜੇ ਕੰਜ਼ਿਊਮਰ ਹੈ, ਜਿੰਨੇ ਉਹ ਯੂਨਿਟ ਮਤਲਬ ਵੱਧੀ ਜਾਂਦੇ ਹੈ ਤੇ ਉਨੇ ਪੈਸੇ ਵਧੀ ਜਾਂਦੇ ਹੈ। ਅਗਰ ਉਹ 1 ਮਹੀਨੇ ਦਾ ਬਿੱਲ ਤੁਸੀਂ ਕਰੋ ਤਾਂ ਜਿਹੜਾ ਹੈਗਾ ਲੋਕਾਂ ਨੂੰ ਉਹਦਾ ਵਿੱਤੀ ਫਾਇਦਾ ਹੋਏਗਾ। ਇੱਦਾਂ ਹੈ ਕਿ ਇਹ ਮੈਂ ਰੀਤ ਨਹੀਂ ਸ਼ੁਰੂ ਕੀਤੀ, ਇਹ ਪਿਛਲੇ 10-15 ਸਾਲਾਂ ਤੋਂ 2 ਮਹੀਨੇ ਦਾ ਹੀ ਬਿੱਲ ਆ ਰਿਹਾ। ਉਹਦੇ ਨਾਲ ਕਿਆ ਹੈ ਕਿ 2 ਜਣਿਆਂ ਨੂੰ 2 ਵਾਰ ਨਹੀਂ ਜਾਣਾ ਪੈਂਦਾ, ਖਰਚਾ ਸਰਕਾਰ ਦਾ ਘਟਦਾ ਹੈ। ਇਸ ਕਰਕੇ ਐਸੀ ਕੋਈ ਨਵੀਂ ਰੀਤ ਨੂੰ ਸ਼ੁਰੂ ਕਰੀ, ਜਿਸ ਤਰ੍ਹਾਂ ਦੇ 2 ਮਹੀਨੇ ਦੇ ਪਹਿਲਾਂ ਦੇ ਬਿੱਲ ਆ ਰਹੇ ਉਸ ਤਰ੍ਹਾਂ ਹੀ ਆ ਰਹੇ। ਲੇਕਿਨ ਹੁਣ ਜਿਹੜੇ ਬਿੱਲ ਆ ਰਹੇ ਉਹ 3 ਰੁਪਏ ਘੱਟ ਪ੍ਰਤੀ ਯੂਨਿਟ ਘੱਟ ਹੋ ਕੇ ਆ ਰਹੇ, ਤੇ ਲੋਕਾਂ ਨੂੰ ਇਹਦੀ ਬੜੀ ਭਾਰੀ ਰਾਹਤ ਮਿਲੀ ਹੈ। ਜਿਹੜੇ ਆਮ ਆਦਮੀ ਵਾਲਿਆਂ ਨੇ ਫਾਰਮ ਭਰੇ ਸੀ ਗਰੰਟੀ ਕਾਰਡ, ਉਹ ਘਰੇ ਪਏ ਐਕਸਪਾਇਰ ਹੋ ਗਏ ਹੈ। ਇਸ ਕਰਕੇ ਵੀ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਵੀ ਕੰਮ ਕਰ ਸੀਐਮ ਸਾਹਿਬ ਸੀਐਮ ਸਾਹਿਬ ਇਹ ਕੋਈ ਅੱਜ ਦਾ ਨਹੀਂ ਲਿਆ ਜਾ ਰਿਹਾ। ਕੋਈ ਗੱਲ ਨਹੀਂ, ਮਰੰਡੇ, ਮੈਂ ਵੀ ਮਰੰਡੇ ਦਾ ਹੀ ਹਾਂ, ਤੁਸੀਂ ਵੀ ਮਰੰਡੇ ਦਾ ਹੀ ਹੈ, ਆਪਾਂ ਇਕੱਠੇ ਹੀ ਰਹਿੰਦੇ ਹਾਂ ਉੱਥੇ। ਇਸ ਕਰਕੇ ਇਹ ਕੋਈ ਨਵੀਂ ਨਹੀਂ ਲੱਗਿਆ ਹੈ, ਇਹ ਬਲਕਿ 10% ਸੀ, ਇਹ ਘਟਿਆ ਹੈ। ਸੋ ਮੇਰਾ ਖਿਆਲ ਹੈ ਹੁਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੀਐਮ ਸਾਹਿਬ और मेरी गल सुनो, मेरी गल सुनो। सीएम साहब मेरा भी इसके साथ ही है कि द वे इन्वेस्टिगेशन हैज ऑलरेडी बीन कैरिड आउट इन बम ब्लास्ट इन लुधियाना, all the links are from Pakistan. What we are doing, what strategy we are adopting for the upcoming elections? देखो, कहते सरहद पे चुनाव तनाव है क्या, जरा पता तो करो चुनाव है क्या। ये राहत अंदारी का शहर है। ਜਦੋਂ ਚੋਣਾਂ ਆਉਂਦੀਆਂ ਤਾਂ ਇਸ ਤਰ੍ਹਾਂ ਦੇ ਕੁਝ ਲੋਕ ਸਰਗਰਮ ਹੁੰਦੇ ਯਾਰ, ਇੱਦਾਂ ਦੀਆਂ ਸਰਗਰਮੀਆਂ ਕਰਦੇ। ਪਿਛਲੀ ਚੋਣਾਂ ਦੇ ਵਿੱਚ ਵੀ ਇੱਕ ਪਟਾਕਾ ਚੱਲਿਆ ਸੀ, ਲੇਕਿਨ ਇਹ ਜਿਹੜਾ ਲੁਧਿਆਣੇ ਦੇ ਵਿੱਚ ਬਲਾਸਟ ਹੋਇਆ, ਇਹਦਾ ਅਸੀਂ ਬੰਦਾ ਸ਼ਨਾਖਤ ਕਰ ਲਈ ਹੈ ਜਿਹੜਾ ਉੱਥੇ ਮਰਿਆ, ਜਿਹਨੇ ਬਲਾਸਟ ਕੀਤਾ। ਉਹ ਖੰਨੇ ਦੇ ਕੋਲ ਦਾ ਇੱਕ ਪੁਲਿਸ ਕਰਮਚਾਰੀ, ਜਿਹੜੇ ਨੂੰ ਪੁਲਿਸ ਨੇ ਚਿੱਟੇ ਡਰੱਗ ਦੇ ਕੇਸ ਦੇ ਵਿੱਚ ਕੱਢਿਆ ਹੋਇਆ ਹੈ, ਉਹ ਬੰਦੇ ਨੇ ਇਹ ਕੰਮ ਕੀਤਾ ਹੈ ਤੇ ਉਹਦੀ ਸ਼ਨਾਖਤ ਹੋ ਗਈ ਹੈ। ਇਸ ਦੇ ਕੇਸ ਦੇ ਡਰੱਗ ਦੇ ਜਿਹੜੇ ਬੜੇ ਸਰਗਣਾ ਹੈ, ਉਹਨਾਂ ਵੱਲੋਂ ਵੀ ਇਹ ਇਸ਼ਾਰਾ ਕਰਦਾ ਹੈ। ਇਸ ਕਰਕੇ ਇਹਦੇ ਪੰਜਾਬ ਵਿੱਚ ਵੀ ਜਿਹੜਾ ਹੈ, ਹੋ ਸਕਦੀਆਂ ਬਾਹਰ ਵੀ ਹੋਣ। ਬਾਹਰ ਤੇ ਜਿਹੜੇ ਇੱਧਰ ਭਾਈ ਸਾਹਿਬ ਕਹਿ ਰਹੇ, ਇਹ ਕੋਈ ਪਹਿਲੀ ਵਾਰ ਨਹੀਂ ਆ, ਉਹ ਅੱਗੇ ਵੀ ਇਸ ਤਰ੍ਹਾਂ ਹੀ ਬੋਲਦਾ ਰਹਿੰਦਾ ਹੈ। ਇਹਦਾ ਸਾਡੇ ਤੇ ਕੋਈ ਬਹੁਤਾ ਅਸਰ ਨਹੀਂ ਹੈ, ਲੇਕਿਨ ਪੰਜਾਬ ਸਰਕਾਰ ਲਾਅ ਐਂਡ ਆਰਡਰ ਤੇ ਪੂਰਾ ਕੰਟਰੋਲ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਡਰ ਦੀ ਭਾਵਨਾ ਨਹੀਂ ਹੋਣੀ ਚਾਹੀਦੀ, ਨਾ ਹੀ ਹੈ।
ਤੇ ਨਾ ਹੀ ਅਸੀਂ ਰਹਿਣ ਦੇਵਾਂਗੇ। ਹਰ ਤਰੀਕੇ ਨਾਲ ਪੰਜਾਬ ਸਰਕਾਰ ਸક્ષਮ ਹੈ ਹਰ ਤਰ੍ਹਾਂ ਦੇ ਖਤਰੇ ਦੇ ਨਾਲ ਜੂਝਣ ਵਾਸਤੇ। ਤੇ ਅਸੀਂ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਆਪਸੀ ਭਾਈਚਾਰਾ ਸਾਡਾ ਹਮੇਸ਼ਾ ਤੇ ਬਣਿਆ ਹੋਇਆ, ਇਸੇ ਤਰ੍ਹਾਂ ਬਣਿਆ ਰਹਿਣਾ ਰਹੇ ਤੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਅਜਿਹੇ ਬੰਦੇ ਦੇਸ਼ ਨੂੰ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਡਿਸਟਰਬ ਕਰਨ ਦੀ, ਲੇਕਿਨ ਦੇਸ਼ ਸਾਡਾ ਏਕਤਾ ਅਖੰਡਤਾ ਦੇ ਨਾਲ ਮਜ਼ਬੂਤ ਹੈ ਤੇ ਅਸੀਂ ਮਜ਼ਬੂਤੀ ਦੇ ਨਾਲ ਹੀ ਰਹਾਂਗੇ ਤੇ ਇਸੇ ਤਰ੍ਹਾਂ ਅੱਗੇ ਵਧਦੇ ਰਹਾਂਗੇ। ਬਹੁਤ ਧੰਨਵਾਦ। ਨਹੀਂ ਮੈਨੂੰ ਨਹੀਂ ਪਤਾ ਵੀ ਮੈਨੂੰ ਕੋਈ ਕਾਲ ਆਈ ਹੈ, ਤੁਹਾਨੂੰ ਪਤਾ ਹੋਏਗਾ। ਦੇਖੋ ਪਹਿਲੀ ਗੱਲ ਤਾਂ ਇੱਕ ਗੱਲ ਸੁਣ ਲਓ, ਜੇ ਤੁਸੀਂ ਕਹਿ ਰਹੇ ਆ ਕਿ ਮੈਨੂੰ ਖਤਰਾ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਨੂੰ ਕੋਈ ਖਤਰਾ ਨਹੀਂ ਹੈ, ਨਾ ਮੈਨੂੰ ਕਿਸੇ ਦੀ ਪਰਵਾਹ ਹੈ ਗਲਤ ਆਨਸਰ ਦੀ। ਜਿਹੜੇ ਚੰਗੇ ਆਨਸਰ ਹੈ ਉਹਨਾਂ ਦੀ ਮੈਂ ਹਮੇਸ਼ਾ ਪਰਵਾਹ ਕਰਦਾ। ਬਹੁਤ ਆਪਾਂ ਹੁਣ ਬਾਕੀ ਮਿਲ ਕੇ ਕਰ ਲੈਂਦੇ ਗੱਲਾਂ। ਬਹੁਤ ਧੰਨਵਾਦ।